अस्सलाम वालेकुम। ਸਾਡੇ ਨਵੇਂ ਵਲੌਗ ਤੇ ਸਭ ਦਾ ਵੈਲਕਮ ਹੋਵੇ। ਅਸੀਂ ਇਸ ਤੋਂ ਪਹਿਲੇ ਇੱਕ ਵੀਡੀਓ ਪਾਈ ਸੀ ਸਕੂਲ ਦੇ ਉੱਤੇ, ਸਪੇਨ ਦੇ ਵਿੱਚ ਸਕੂਲ ਦੇ ਮਸਾਇਲ ਦੇ ਉੱਤੇ ਅਸੀਂ ਇੱਕ ਵੀਡੀਓ ਪਾਈ ਸੀ। ਹੁਣ ਇਹ ਸਾਡੀ ਦੂਸਰੀ ਵੀਡੀਓ ਵੇ ਜਿਹਦੇ 'ਚ ਅਸੀਂ ਮੁਖਤਲਿਫ ਚੀਜ਼ਾਂ ਦੱਸਾਂਗੇ। ਤੁਸੀਂ ਵੀ ਸਭ ਨੂੰ ਸਲਾਮ ਕਰੋ। ਜੀ ਜੀ। ਤੇ ਇਸ ਬਲੌਗ 'ਚ ਅਸੀਂ ਥੋੜੀ ਤਫਸੀਲ ਨਾਲ ਸ਼ਾਰਟ ਜੀ ਵੀਡੀਓ ਬਣਾਵਾਂਗੇ। ਅਸੀਂ ਦੱਸਾਂਗੇ ਕਿ ਸਪੇਨ ਦੇ ਵਿੱਚ ਸਕੂਲਸ ਦਾ ਕੀ ਟਾਈਮ ਟੇਬਲ ਹੈ ਔਰ ਸਪੇਨ ਦੇ ਵਿੱਚ ਟਾਈਮ ਟੇਬਲ ਦੇ ਲਿਹਾਜ਼ ਨਾਲ ਕੀ ਮਸਾਇਲ ਆਉਂਦੇ ਨੇ ਹੈ, ਜਿਹਦੇ ਵਿੱਚ ਅਸੀਂ ਸ਼ੁਰੂ ਕਰਾਂਗੇ ਕਿ ਸ਼ੁਰੂ ਤੋਂ ਅਸੀਂ ਬਾਰਸਲੋਨਾ 'ਚ ਰਹਿੰਦੇ ਹਾਂ, ਕਤਾਲੂਨੀਆ 'ਚ ਰਹਿੰਦੇ ਹਾਂ। ਇੱਥੇ ਅਸੀਂ ਪਿਛਲੀ ਵੀਡੀਓ 'ਚ ਦੱਸਿਆ ਸੀ ਕਿ ਇੱਥੇ ਦੋ ਜ਼ਬਾਨਾਂ ਬੋਲੀਆਂ ਜਾਂਦੀਆਂ ਨੇ। ਇੱਕ ਇਹਨਾਂ ਦੀ ਕਤਾਲਾਨ ਬੋਲੀ ਜਾਂਦੀ ਹੈ ਔਰ ਦੂਸਰੀ ਸਪੈਨਿਸ਼ ਜ਼ਬਾਨ ਬੋਲੀ ਜਾਂਦੀ ਹੈ। ਜਿਹਦੇ 'ਚ ਅਸੀਂ ਦੱਸਿਆ ਸੀ ਕਿ ਕਤਾਲਾਨ ਔਰ ਸਪੈਨਿਸ਼ ਵਿੱਚ ਵੀ ਬੱਚੇ ਕਨਫਿਊਜ਼ ਰਹਿੰਦੇ ਨੇ ਔਰ ਕਾਫੀ ਇਹਨਾਂ ਨੂੰ ਟਾਈਮ ਲੱਗਦਾ ਪਿਕ ਕਰਦਿਆਂ ਹੋਇਆਂ। ਦੂਸਰੀ ਚੀਜ਼, ਜਿਹੜੇ ਨਵੇਂ ਆਉਣ ਵਾਲੇ ਬੱਚੇ ਹੁੰਦੇ ਨੇ, ਸ਼ੁਰੂ ਤੋਂ ਅਸੀਂ ਜਾ ਕੇ ਸਕੂਲ ਦਾ ਇੰਦਰਾਜ ਕਰਾਉਣਾ ਹੁੰਦਾ। ਇੱਥੇ ਇਹ ਨਹੀਂ ਸਿਸਟਮ ਹੁੰਦਾ ਕਿ ਸਕੂਲ ਦਾ ਇੰਦਰਾਜ ਜਿਹੜਾ ਕਰਾਉਣਾ ਉਹ ਡਾਇਰੈਕਟ ਜਾ ਕੇ ਸਕੂਲ ਕਰਵਾਉਣਾ ਹੁੰਦਾ। ਨਹੀਂ, ਇੱਥੇ ਬਾਰਸਲੋਨਾ 'ਚ ਦੇਖੋਗੇ ਤੇ ਇੱਕ ਇਹਨਾਂ ਦਾ ਸੈਂਟਰ ਬਣਿਆ ਮੈਟਰੋ ਉਰਕੀਨਾ ਉਹਨਾਂ ਤੇ, ਉੱਥੇ ਦਫ਼ਤਰ ਬਣਿਆ। ਤੁਸੀਂ ਉੱਥੇ ਜਾ ਕੇ ਇੰਦਰਾਜ ਕਰਾਉਣਾ ਹੁੰਦਾ। ਬੱਚੇ ਦੇ ਡਾਕੂਮੈਂਟਸ ਆਪਣੇ ਪਦਰੋਨ ਲੈ ਕੇ ਜਾਣੀ ਹੁੰਦੀ ਹੈ ਤੇ ਉਹ ਫਿਰ ਤੁਹਾਡੇ ਕੋਲ 3-4 ਸਕੂਲ ਕਿਹੜੇ ਤੁਹਾਡੇ ਕਰੀਬ ਤਰੀਨ ਸਕੂਲ ਨੇ ਉਹਨਾਂ ਦਾ ਪੁੱਛਦੇ ਨੇ ਤੇ ਉਸ ਦੇ ਉੱਤੇ ਫਿਰ ਜਿਹੜਾ ਉਹ ਤੁਹਾਨੂੰ ਸਿਲੈਕਟ ਕਰਕੇ ਦੱਸਦੇ ਨੇ ਕਿ ਕਿਹੜਾ ਕਰੀਬ ਤਰੀਨ ਸਕੂਲ ਜਿਹੜਾ ਹੋਵੇਗਾ, ਜਿੱਥੇ ਕੋਈ ਜਗ੍ਹਾ ਖਾਲੀ ਹੋਵੇਗੀ, ਉੱਥੇ ਉਹ ਜਨਾਬ ਤੁਹਾਨੂੰ ਭੇਜ ਦਿੰਦੇ ਨੇ ਜੀ। ਅਸੀਂ ਦੱਸ ਰਹੇ ਸੀ ਜੀ। ਤੇ ਸਭ ਤੋਂ ਇੰਪੋਰਟੈਂਟ ਗੱਲ, ਜਿਹੜਾ ਟਾਈਮ ਟੇਬਲ ਹੈ ਸਪੇਨ ਬਾਰਸਲੋਨਾ ਵਿੱਚ, ਇਹ ਹੈ ਵੀ ਕਿ ਸੁਬਾਹ ਬੱਚੇ 9 ਵਜੇ ਸਕੂਲ ਜਾਂਦੇ ਨੇ ਔਰ ਇਹਨਾਂ ਨੂੰ 12:30 ਵਜੇ ਛੁੱਟੀ ਹੁੰਦੀ ਹੈ। ਉਸ ਤੋਂ ਬਾਅਦ ਦੁਬਾਰਾ ਇਹ 3 ਵਜੇ ਸਕੂਲ ਜਾਂਦੇ ਨੇ ਔਰ ਫਿਰ ਇਹਨਾਂ ਨੂੰ 4:30 ਵਜੇ ਛੁੱਟੀ ਹੁੰਦੀ ਹੈ। ਯਾਨੀ ਕਿ ਸਾਰਾ ਦਿਨ ਇਹ ਸਰਕਲ 'ਚ ਰਹਿੰਦੇ ਨੇ ਉਸ ਤੋਂ ਬਾਅਦ ਜਿਹੜੀ ਦੂਸਰੀ ਚੀਜ਼ ਹੈ ਵੇ ਕਿ ਤੁਹਾਡੇ ਕੋਲ ਆਪਸ਼ਨ ਮੌਜੂਦ ਹੁੰਦੀ ਹੈ ਕਿ 12:30 ਤੋਂ 3 ਅਗਰ ਤੁਸੀਂ ਬੱਚਾ ਲੈ ਕੇ ਘਰ ਨਹੀਂ ਆਉਣਾ ਤੇ ਤੁਸੀਂ ਜਿਹੜਾ ਉਹਨੂੰ ਉੱਥੇ ਸਕੂਲ ਮੰਜਾ ਦੌੜ ਨੂੰ ਕਹਿੰਦੇ ਨੇ, ਖਾਣੇ ਵਾਸਤੇ ਜਿਹੜੀ ਜਗ੍ਹਾ ਹੁੰਦੀ ਹੈ ਉਹ ਸਕੂਲ ਦਾ ਸਾਰਾ ਹਿੱਸਾ ਹੁੰਦਾ। ਯਾਨੀ ਕਿ ਤੁਸੀਂ ਉਹਦੇ ਵਿੱਚ ਉਹਦਾ ਇੰਦਰਾਜ ਕਰਾ ਸਕਦੇ ਹੋ ਤੇ ਉਹਦੇ ਅਲੱਗ ਤੋਂ ਪੈਸੇ ਹੁੰਦੇ ਨੇ ਉਹ ਜਿਹੜੇ ਤਕਰੀਬਨ 140 ਜਾਂ 150 ਯੂਰੋ ਮੰਥਲੀ, ਜਿੰਨੇ ਦਿਹਾੜੇ ਹੋਣਗੇ ਉਸ ਹਿਸਾਬ ਤੇ ਉਹ ਉਸਦੇ ਪੈਸੇ ਲੈਂਦੇ ਨੇ ਤੇ ਇਹ ਹੋ ਗਿਆ ਮੰਜਾ ਦੌੜ ਦਾ। ਜਿਹੜੇ ਤੇ ਲੋਕ ਜਿਨ੍ਹਾਂ ਨੇ ਉੱਥੇ ਬੱਚੇ ਸਕੂਲ ਰਖਾਏ ਹੁੰਦੇ ਨੇ ਪਰ ਬੱਚਾ 150, ਜਿਹਾ ਮੇਰੇ ਹੁਣ 2 ਨੇ, ਤੇ ਅਗਰ ਮੈਂ ਮੰਜਾ ਦੌੜ ਨਹੀਂ ਸੀ ਰਖਾਏ, ਅਗਰ ਮੰਜਾ ਦੌੜ ਰਖਾਉਂਦਾ ਤੇ ਮੇਰਾ ਤਕਰੀਬਨ 300 ਯੂਰੋ ਐਕਸਟਰਾ ਲੱਗਣਾ ਸੀ। ਤੇ ਫਿਰ ਇਹ ਹੁੰਦਾ ਕਿ ਸਾਡੇ ਬੰਦੇ ਜਿਹੜੇ ਨੇ, ਸਾਡੀਆਂ ਖਾਸ ਕਰਕੇ ਬੀਬੀਆਂ ਜਿਹੜੀਆਂ ਨੇ, ਜਿਨ੍ਹਾਂ ਦੀ ਜ਼ਿਆਦਾਤਰ ਉਹਨਾਂ ਦੀ ਡਿਊਟੀ ਲੱਗਦੀ ਹੈ ਬੱਚੇ ਲੈ ਕੇ ਆਉਣਾ, ਲੈ ਕੇ ਜਾਣਾ, ਉਹ ਸਾਰਾ ਦਿਨ ਫਿਰ ਸਕੂਲ ਦੇ ਪਿੱਛੇ ਹੀ ਲੱਗੀਆਂ ਰਹਿੰਦੀਆਂ ਨੇ। ਸੁਬਾਹ 9 ਵਜੇ ਛੱਡੋ, 12:30 ਲੈ ਕੇ ਆਓ, 3 ਵਜੇ ਛੱਡ ਕੇ ਆਓ, 4:30 ਲੈ ਕੇ ਆਓ। ਜਿਹੜੇ ਲੋਕ ਖਾਣਾ ਉੱਥੇ ਲਗਵਾ ਦਿੰਦੇ ਨੇ ਉਹ ਜਿਹੜਾ ਹੈ ਉਹ 9 ਵਜੇ ਛੱਡ ਕੇ ਆਉਂਦੇ ਨੇ ਔਰ ਸ਼ਾਮ 4:30 ਵਜੇ ਲੈ ਕੇ ਆਉਂਦੇ ਨੇ ਹਫਤਾ ਔਰ ਐਤਵਾਰ ਇੱਥੇ ਬੱਚਿਆਂ ਦੀ ਛੁੱਟੀ ਹੁੰਦੀ ਹੈ। ਤੇ ਹੁਣ ਅਸੀਂ ਬੱਚਿਆਂ ਕੋਲ ਪੁੱਛਾਂਗੇ ਕਿ ਬੱਚਿਆਂ ਦਾ ਕੀ ਵਿਊ ਹੈ ਮੰਜਾ ਦੌੜ ਦੇ ਬਾਰੇ, ਉੱਥੇ ਖਾਣਾ ਖਾਣੇ ਦੇ ਬਾਰੇ ਬੱਚੇ ਕੀ ਸੋਚ ਰੱਖਦੇ ਨੇ ਹਾਂਜੀ, ਤੁਸੀਂ ਦੱਸੋ। ਮੰਜਾ ਦੌੜ ਤੁਹਾਨੂੰ ਅੱਛਾ ਲੱਗਦਾ ਹੈ ਉੱਥੇ ਖਾਣਾ ਖਾਣਾ ਕਿ ਇੱਥੇ ਆਪਣਾ ਘਰ ਦਾ ਖਾਣਾ ਅੱਛਾ ਲੱਗਦਾ है? घर का खाना। मंजा दौड़ का खाना क्यों नहीं अच्छा लगता है? मंजा दौड़ में कुछ भी दे देते हैं, कभी अंडा सड़ा हुआ होता है, कभी एप्पल दे देते हैं, वो भी बच्चों को काटना पड़ता है, और कभी कुछ ऐसे पोलियो दे देते हैं जिसके अंदर कच्ची होते हैं, कभी कभार चिकन कच्चा होता है। अच्छा अच्छा। और कभी कभार तो अंडा भी थोड़ा थोड़ा कच्चा दे देते हैं। कच्चा अंडा लेकिन वो अच्छा होता है ना, ज्यादा पक्का हुआ अंडा तो ठीक नहीं, लेकिन ਤੁਹਾਨੂੰ ਇਹ ਚੀਜ਼ਾਂ ਅੱਛੀਆਂ ਨਹੀਂ ਲੱਗਦੀਆਂ, ਇਸ ਲਈ ਤੁਸੀਂ ਮੰਜਾ ਦੌੜ ਪਸੰਦ ਨਹੀਂ ਕਰਦੇ ਤੇ ਮੰਜਾ ਦੌੜ ਚ ਹੋਰ ਕੀ ਕਰਾਉਂਦੇ ਨੇ ਉੱਥੇ एक दफा खाना खिलाते हैं, फिर खिलाते रहते थोड़ा जोर दे। एक दफा खाना खिलाते हैं, फिर खिलाते हैं और फिर क्लास अंडा लेके। अच्छा, यानी कि खाना खिलाते ने, उस तो बाद फिर तुसी खेलते हो बाहर प्लेइंग करते हो? पहले ना जब मैं 1-2 साल पहले ना खाना खिला के ना बोलते थे एक लाइन बनाओ, पहले हमें लाइन बना के मंजा दौड़ के अंदर आनी पड़ती थी। अच्छा, मंजा दौड़ अंदर भी लाइन बना के आना पैंदा सी, सही है। और फिर उधर एक सीटें होती थी कि 3rd 2nd 1st ऐसी।
अच्छा। फालतू। और फिर हमें ऐसे जो छोटे बच्चे होते थे उनको क्लास अंदर लेके जाया करता था। हम्म उधर उनको चेस से उधर खिलौने होते थे ना, हम्म। तो उनको खिला दिए जाते थे, और अभी बाहर ही खिलाते हैं। सही है। और ਤੁਹਾਨੂੰ ਮੰਜਾ ਦੌਰ ਚ ਕਿਹੜੀ ਚੀਜ਼ ਅੱਛੀ ਲੱਗਦੀ है और ਕਿਹੜੀ चीज अच्छी नहीं लगती है? सारी चीजें गंदी लगती है। सारी चीजें गंदी लगती हैं। क्यों गंदी तभी लगती दादा डोनट दे देते डोनट। ਆ ਅੱਛਾ, ਗੰਦਾ ਗੰਦਾ ਡੋਨਟ ਦੇ ਦਿੰਦੇ ਨੇ ਆ। ਉਹ ਤੇ ਬੜਾ ਅੱਛਾ ਹੁੰਦਾ, ਬੜਾ ਮਜ਼ੇਦਾਰ ਹੁੰਦਾ ਨੇ, ਬੱਚੇ ਤੇ ਬੜੇ ਸ਼ੌਕ ਦੇ ਖਾਣ ਨਾਲ ਖਾਂਦੇ ਨੇ ਇੱਥੇ ਦੇ ਬੱਚੇ ਆ। नहीं वो मीठा क्या है। नहीं चलो वो उसे ਉਹਨੂੰ ਬਤਾ ਦੋ ਨਾ। ਅੱਛਾ, ਡੋਨਟ ਨਹੀਂ ਅੱਛਾ ਲੱਗਦਾ, ਹੋਰ ਕੀ ਨਹੀਂ ਤੁਹਾਨੂੰ ਅੱਛਾ ਲੱਗਦਾ ਉੱਥੇ ਹੈ? एप्पल नहीं अच्छा लगता। एप्पल क्यों नहीं अच्छा लगता? तो दी देते हैं। ग्रीन ग्रीन देते ने। ਉਹ ਗ੍ਰੀਨ ਤੁਹਾਨੂੰ ਐਪਲ ਨਹੀਂ ਅੱਛਾ ਲੱਗਦਾ। ਹੋਰ ਤੁਹਾਨੂੰ ਕਿਹੜੀ ਚੀਜ਼ ਉੱਥੇ ਅੱਛੀ ਨਹੀਂ ਲੱਗਦੀ ਹੈ? तभी तांडा दे देते हैं, रोटी दे देते हैं, तारे तांडा चूई दे देते हैं। ਕਾਂਟਰ ਛੁਰੀ ਦਿੰਦੇ ਨੇ। ਤੇ ਚਾਹੁੰਦੇ ਨੇ ਨਾ ਕਿ ਬੱਚੇ ਖੁਦ ਸਿੱਖਣ ਹੈ, ਖੁਦ ਖਾਣਾ ਸਿੱਖਣ ਹੈ। ਤੇ ਤੁਹਾਨੂੰ ਘਰ ਦਾ ਖਾਣਾ ਕਿਉਂ ਅੱਛਾ ਲੱਗਦਾ ਹੈ? क्योंकि कभी पानी बहा देती है मम्मा, रोटी बहा देती है अच्छी टाई। कभी अच्छी सारी रोटी ਬਣਾ ਦਿੰਦੀ ਹੈ, ਕਦੀ ਬਿਰਿਆਨੀ ਬਣਾ ਦਿੰਦੀ ਹੈ ਜੀ। ਸਾਡੇ ਬੱਚੇ ਜਿਹੜੇ ਨੇ, ਮੈਂ ਇਸੇ ਗੱਲ ਜਿਹੜਾ ਨਾ 2-3 ਵਜੂਹਾਤ ਦੀ ਵਜ੍ਹਾ ਤੋਂ ਬੱਚਿਆਂ ਨੂੰ ਮੰਜਾ ਦੌਰ ਚ ਖਾਣਾ ਨਹੀਂ ਰਖਵਾਇਆ ਸੀ ਹੈ ਜੀ। ਸੌਰੀ ਜੀ, ਮੈਂ 2-3 ਵਜੂਹਾਤ ਦੀ ਵਜ੍ਹਾ ਤੋਂ ਨਹੀਂ ਰਖਵਾਇਆ ਹੈ। ਹਰ ਬੰਦੇ ਦੀ ਆਪਣੀ ਪ੍ਰਾਇੋਰਟੀ ਹੁੰਦੀ ਇੱਥੇ ਸਪੇਨ ਚ ਹੈ ਕਿ ਇੱਕ ਤੇ ਸੀ, ਮੈਂ ਚਾਹੁੰਦਾ ਸੀ ਕਿ ਬੱਚੇ ਜਿਹੜੇ ਨੇ ਨਾ ਉਹ ਥੋੜਾ ਘਰ ਆਉਣ ਕਰਨ ਹੈ, ਆ ਕੇ ਤੇ ਮੈਂ ਤੁਹਾਡੇ ਨਾਲ ਨਾ ਥੋੜਾ ਸਾਂਝਾ ਕਰਾਂਗਾ ਫਾਇਦੇ ਕੀ ਨੇ, ਨੁਕਸਾਨਾਤ ਕੀ ਨੇ। ਤੇ ਘਰ ਆਉਣ ਹੈ, ਆ ਕੇ ਤੇ ਫੈਮਿਲੀ ਨਾਲ ਥੋੜੇ ਮਿਕਸ ਰਹਿਣਾ ਹੈ। ਇਹ ਨਾ ਹੋਵੇ ਕਿ ਸੁਬਾਹ 9 ਵਜੇ ਅਸੀਂ ਬੱਚਿਆਂ ਨੂੰ ਛੱਡ ਕੇ 4:30 ਵਜੇ ਤੱਕ ਬੱਚੇ ਉੱਥੇ ਹੀ ਰਹਿਣ ਹੈ, ਮਿਕਸ ਹੀ ਰਹਿਣ, ਇਹਨਾਂ ਨੂੰ ਘਰ ਦਾ ਪਤਾ ਹੀ ਨਾ ਹੋਵੇ, ਆਵਣ 2-3 ਘੰਟੇ ਬਹਿਣ ਤੇ ਸੋ ਜਾਣ। ਤੇ ਉਹ ਫੈਮਿਲੀ ਦੀ ਉਹ ਜਿਹੜੀ ਖਿੱਚ ਹੁੰਦੀ ਹੈ, ਫੈਮਿਲੀ ਦਾ ਜਿਹੜਾ ਪਿਆਰ ਹੁੰਦਾ ਉਹਨਾਂ ਨੂੰ ਨਾ ਮਿਲੇ, ਉਹ ਫਿਰ ਆਸਤਾ ਆਸਤਾ ਬੱਚੇ ਦੂਰ ਹੁੰਦੇ। ਜਿਵੇਂ ਮੇਰਾ ਬੁਨਿਆਦੀ ਕਨਸੈਪਟ ਐਸੀ ਹੈ। ਮੈਂ ਚਾਹੁੰਦਾ ਸੀ ਕਿ ਚਲੋ ਠੀਕ ਹੈ, ਸਕੂਲ ਦਾ ਟਾਈਮ ਸਕੂਲ ਰਹਿਣਾ ਹੈ, ਖਾਣਾ ਘਰ ਖਾਣਾ ਹੈ, ਆਪਣੀ ਮਾਂ ਦੇ ਹੱਥ ਦਾ ਖਾਣਾ ਖਾਣ, ਫੈਮਿਲੀ ਨਾਲ ਟਾਈਮ ਸਪੈਂਡ ਕਰਨ, ਫਿਰ ਸਕੂਲੇ ਚਲੇ ਜਾਣਾ ਹੈ। ਲੇਕਿਨ ਇਸ ਦਾ ਜਿਹੜਾ ਨੁਕਸਾਨ ਹੁੰਦਾ ਹੈ ਉਹ ਇਹ ਹੁੰਦਾ ਹੈ ਕਿ ਬੱਚੇ ਜ਼ਬਾਨ ਜਲਦੀ ਨਹੀਂ ਸਿੱਖਦੇ, ਬੱਚੇ ਉਹਨਾਂ 'ਚ ਜਲਦੀ ਮਿਕਸ ਨਹੀਂ ਹੁੰਦੇ ਹਨ। ਜਦੋਂ ਜ਼ਾਹਰੀ ਬਾਤ ਹੈ, ਜਿਹੜੇ ਬੰਦੇ ਫਿਰ ਸਪੇਨ 'ਚ ਪਰਮਾਨੈਂਟ ਸੈਟਲ ਹੋਣਾ ਚਾਹੁੰਦੇ ਨੇ, ਉਹਨਾਂ ਦੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਸਾਡੇ ਬੱਚੇ ਜਿਹੜੇ ਨੇ ਸਪੇਨ 'ਚ ਕਤਾਲਾਨ ਬੋਲਣ, ਸਪੈਨਿਸ਼ ਬੋਲਣ ਹੈ, ਉਹ ਜਲਦੀ ਸਿੱਖਣ ਹੈ। ਇਸ ਦਾ ਇਹ ਨੁਕਸਾਨ ਹੁੰਦਾ ਹੈ। ਦੂਸਰੀ ਚੀਜ਼ ਜਿਹੜੀ ਹੈ ਉਹ ਇਹ ਵੇ ਕਿ ਜਿਹੜੀ ਮੈਂ ਆਬਜ਼ਰਵ ਕੀਤੀ ਹੈ ਕਿ ਬੱਚੇ ਜਿਹੜੇ ਨੇ ਜਿੰਨਾ ਚਿਰ ਆਪਣੇ ਦੇਸੀ ਮਾਹੌਲ 'ਚ ਰਹਿਣਗੇ ਉਹ ਬਿਲਕੁਲ ਇਹਨਾਂ ਨਾਲ ਇੰਟੀਗ੍ਰੇਟ ਨਹੀਂ ਕਰਦੇ ਹਨ। ਘਰ ਵਿੱਚ ਜਿਹੜਾ ਤੁਸੀਂ ਅਗਰ ਕਾਰਟੂਨ ਵਗੈਰਾ ਵੀ ਜਿਹੜੇ ਨੇ ਉਹ ਇੰਗਲਿਸ਼ ਦੇ ਜਾਂ ਉਰਦੂ ਦੇ ਲਗਾਓਗੇ ਤੇ ਉਹ ਜ਼ਿਆਦਾਤਰ ਬੱਚੇ ਉਹ ਜਿਹੜੇ ਇੰਡੀਅਨ ਕਾਰਟੂਨ ਨੇ ਉਹ ਹੀ ਦੇਖਦੇ ਨੇ। ਮੋਟੂ ਪਤਲੂ ਵਗੈਰਾ ਹੋ ਗਏ ਤੇ ਉਹ ਵੀ ਉਰਦੂ ਹਿੰਦੀ ਉਹ ਹੀ ਸਿੱਖਦੇ ਨੇ। ਹਾਂ, ਜਾਂ ਦਿਆਨਾ ਦੇਖਦੀ ਉਹ ਵੀ ਉਰਦੂ 'ਚ ਹੋ ਗਿਆ। ਹੋਰ ਕਿਹੜਾ ਕਾਰਟੂਨ ਦੇਖਦੇ ਹੋ? डोरेमोन बुली बुली डियाना बुली और डैडी डोरा जी जी। ਉਹ ਕਿਉਂਕਿ ਫਿਰ ਅਗਰ ਇਹਨਾਂ ਨੂੰ ਮੈਂ ਕਈ ਦਫਾ ਕੋਸ਼ਿਸ਼ ਕੀਤੀ ਕਿ ਸੇਮ ਹੀ ਕਾਰਟੂਨ ਜਿਹੜੇ ਦਿਆਨਾ ਵਗੈਰਾ ਨੇ, ਇਹ ਜਿਹੜੇ ਇਹਨਾਂ ਦੀ ਸਪੈਨਿਸ਼ ਵਿੱਚ ਡਬਿੰਗ ਹੈ ਉਹ ਇਹਨਾਂ ਨੂੰ ਲਾ ਕੇ ਦਾਂ ਤੇ ਉਹ ਇਹਨਾਂ ਨੇ ਪਸੰਦ ਨਹੀਂ ਕੀਤੀ, ਛੱਡ ਦਿੰਦੇ ਸੀ। ਲੇਕਿਨ ਉਹਦਾ ਫਾਇਦਾ ਇਹ ਹੁੰਦਾ ਕਿ ਚਲੋ ਬੱਚੇ ਥੋੜੇ ਜਲਦੀ ਜਲਦੀ ਜ਼ਬਾਨ ਸਿੱਖ ਜਾਂਦੇ ਨੇ ਹੈ। ਇਹ ਤੇ ਹੋ ਗਿਆ ਸੀ ਮੰਜਾ ਦੌਰ ਦੇ ਮਸਾਇਲ ਹੈ। ਹੁਣ ਇਹਦੇ 'ਚ ਦੂਸਰੀ ਚੀਜ਼ ਹੁੰਦੀ ਹੈ ਕਿ ਬੱਚਿਆਂ ਦੇ ਨਾਲ ਕਿ ਇੱਥੇ ਅਫੋਰਡ ਫਿਰ ਫੈਮਿਲੀ ਉਸ ਨੇ ਕਰਨੀ ਹੁੰਦੀ ਹੈ। ਇੱਕ ਮਿਸਾਲ ਤੌਰ 'ਤੇ ਬਾਰਸਲੋਨਾ 'ਚ ਜਿਹੜੇ ਬੋਲ ਰਹਿੰਦੇ ਨੇ ਇੱਥੇ 700-800-900 ਯੂਰੋ ਕਿਰਾਇਆ ਵੇ ਨਾ। ਤੇ ਉਸ ਤੋਂ ਬਾਅਦ ਬੱਚਿਆਂ ਦਾ ਮੈਂ ਪਿਛਲੀ ਵੀਡੀਓ 'ਚ ਦੱਸਿਆ ਸੀ ਕਿ ਪਰ ਬੱਚਾ ਅੱਜ ਕੱਲ੍ਹ ਅੱਗੇ ਸਸਤਾ ਸੀ, 130-140 ਯੂਰੋ ਸਾਲ ਤੇ ਲੈਂਦੇ ਸੀ ਹੈ, ਤੇ ਅੱਜ ਕੱਲ੍ਹ 200 ਯੂਰੋ ਸਕੂਲ ਵਾਲੇ ਸਾਲ ਦਾ ਲੈਂਦੇ ਪਏ ਨੇ ਹੈ। ਇਸ ਦੀ ਮੱਧ ਵਿੱਚ ਜਿਹੜੇ ਇਹਨਾਂ ਨੇ ਬੱਚਿਆਂ ਨੇ ਕਾਪੀ ਪੈਨਸਿਲ ਵਗੈਰਾ ਯੂਜ਼ ਕਰਨੀ ਹੁੰਦੀ ਹੈ ਤੇ 150-200 ਦੀਆਂ ਇਹਨਾਂ ਦੀਆਂ ਕਿਤਾਬਾਂ ਆ ਜਾਂਦੀਆਂ। ਉਹ ਸਾਲ ਦਾ 350 ਯੂਰੋ 400 ਯੂਰੋ ਤੁਸੀਂ ਅਪਰੋਕਸੀਮੇਟ ਰੱਖੋ ਕਿ ਜਿਹੜਾ ਬੱਚਿਆਂ ਦਾ ਖਰਚਾ ਆਉਂਦਾ ਹੈ। ਤੇ ਪਲੱਸ ਅਗਰ ਇਹ ਵੀ ਮੰਥਲੀ ਪੈ ਜੇ 300 ਯੂਰੋ ਤੁਹਾਨੂੰ ਪੈ ਜੇ ਬਈ ਇਹਦਾ ਖਰਚਾ ਜਿਹੜਾ ਖਾਣ ਦਾ, ਤੇ ਤੁਸੀਂ ਉਹਦਾ ਅੰਦਾਜ਼ਾ ਕਰ ਲਓ ਫਿਰ ਖਰਚਾ ਕਿੱਥੇ ਪਹੁੰਚਦਾ ਹੈ ਵੇ। ਤੇ ਜਿਹੜੇ ਫਿਰ ਬੰਦੇ ਮੀਆਂ ਬੀਵੀ ਕੰਮ ਕਰਨ, ਉਹਨਾਂ ਦੀ ਮਜਬੂਰੀ ਹੁੰਦੀ ਹੈ ਕਿ ਬੱਚਿਆਂ ਨੂੰ ਅਸੀਂ ਮੰਜਾ ਦੌਰ 'ਚ ਰਖਵਾਈਏ, ਉੱਥੇ ਖਾਣਾ ਖਾਣਾ, ਤਾਂ ਕਿ ਇਸ ਤੋਂ ਇਲਾਵਾ ਉਹਨਾਂ ਕੋਲ ਚਾਰਾ ਕੋਈ ਨਹੀਂ ਹੁੰਦਾ ਹੈ। ਇਸ ਤੋਂ ਬਾਅਦ ਜਿਹੜੀ ਇਹ ਛੁੱਟੀਆਂ ਜਿਹੜੀਆਂ ਨੇ ਇੱਥੇ ਜੂਨ ਦੇ 15 ਨੂੰ ਛੁੱਟੀਆਂ ਹੋ ਜਾਂਦੀਆਂ ਨੇ, 12 ਸਤੰਬਰ ਤੱਕ ਹੁੰਦੀਆਂ ਨੇ, ਤਕਰੀਬਨ 3 ਮਹੀਨੇ ਗਰਮੀਆਂ ਦੀਆਂ ਛੁੱਟੀਆਂ ਹੁੰਦੀਆਂ ਨੇ। ਔਰ ਉਸ ਤੋਂ ਬਾਅਦ ਦਸੰਬਰ ਦੇ ਵਿੱਚ ਇਹਨਾਂ ਨੂੰ ਤਕਰੀਬਨ 20 ਕੁ ਦਿਨ ਛੁੱਟੀਆਂ ਦਸੰਬਰ 'ਚ ਹੁੰਦੀਆਂ ਨੇ ਹੈ। ਔਰ ਬਾਕੀ ਜਿਹੜਾ ਹੈ ਇਹਨਾਂ ਦਾ ਜਿਹੜਾ ਵੇ ਸਕੂਲ ਚੱਲਦਾ ਰਹਿੰਦਾ ਹੈ ਵੇ, ਐਗਜ਼ਾਮ ਵਗੈਰਾ ਹੁੰਦੇ ਰਹਿੰਦੇ ਨੇ ਇਹਨਾਂ ਦੇ ਹੈ, ਤੇ ਉਹ ਸਿਲਸਿਲਾ ਚੱਲਦਾ ਰਹਿੰਦਾ ਹੈ। ਤੇ ਮੇਨ ਚੀਜ਼ ਇਹ ਸੀ ਕਿ ਬੱਚਿਆਂ ਨੇ ਜਿਹੜੇ ਬੱਚੇ ਇੰਟੀਗ੍ਰੇਟ ਨਹੀਂ ਕਰਦੇ, ਸੁਸਾਇਟੀ 'ਚ ਮਿਕਸ ਨਹੀਂ ਹੁੰਦੇ ਹਨ,
ਉਹਦੀ ਬੁਨਿਆਦੀ ਵਜ੍ਹਾ ਇਹ ਹੀ ਹੈ ਕਿ ਸਾਡੇ ਬੰਦੇ ਆਪਣੇ ਮਾਹੌਲ 'ਚ ਜ਼ਿਆਦਾ ਬੱਚੇ ਮਿਕਸ ਰਹਿੰਦੇ ਨੇ ਹੈ ਜੇਕਰ ਸਸਪੈਂਸ਼ਨ ਦਾ ਜਿੰਨਾ ਜ਼ਿਆਦਾ ਟਾਈਮ ਕੱਢਣਗੇ ਉਤਨੀ ਜਲਦੀ ਮਿਕਸ ਹੋਣਗੇ ਇਹ ਬੱਚਿਆਂ ਦਾ ਇੱਥੇ ਸਕੂਲ ਟਾਈਮ ਟੇਬਲ ਹੈ ਇਹ ਇਹਦੇ ਮਸਾਇਲ ਨੇ जीमते रहो बसते रहो जिथे भी रहो आबाद रहो याद रखियो अल्लाह हाफिज अल्लाह हाफिज। लाइक करे सब्सक्राइब करे और शेयर करे। अल्लाह हाफिज।